ਸਤਿਗੁਰ ਕੀ ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ ਸੁਖ ਹੋ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੇ ਤੋਰ ਮੋਰ ਮਨ ਮਾਨਾ। ਜਨ ਕੋ ਪੂਰਨ ਦੀਜਾ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨਾ। ਜਨ ਕਉ ਪੂਰਨ ਦੀਜਾ। ਹਉ ਬਲ ਬਲ ਜਾਉ ਰਮਈਆ ਕਾਰਣੇ। ਕਾਰਨ ਕਵਨ ਅਬੋਲਾ ਰਹਾਉ। ਬਹੁਤ ਜਨਮ ਬਿਛੁਰੇ ਥੇ ਮਾਧੋ। ਇਹੋ ਜਨਮ ਤੁਮਾਰੇ ਲੇਖੇ। ਕਹੇ ਰਵਿਦਾਸ ਆਸ ਲਗ ਜੀਵੋ।
ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੀ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਇਹਨਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸੇ ਹਨ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਜੋ ਅੱਜ ਹਰੀ ਦੇ ਮੰਦਰ ਵਿੱਚੋਂ ਇਸ ਰੱਬੀ ਘਰ ਵਿੱਚੋਂ ਪੋਥੀ ਪਰਮੇਸ਼ਰ ਕਾ ਥਾਨ ਜੋ ਸਾਨੂੰ ਆਵਾਜ਼ਾ ਪ੍ਰਾਪਤ ਹੋਇਆ ਹੈ, ਜੋ ਸਤਿਗੁਰੂ ਜੀ ਨੇ ਅੱਜ ਸਾਨੂੰ ਸ਼੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰਦਾ ਆਪ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਸੱਜ ਬੈਠੇ ਹੋ। ਪੂਰੇ ਸੰਸਾਰ ਭਰ ਦੇ ਸਿੱਖ ਔਰ ਨਾਨਕ ਨਾਮ ਲੇਵਾ ਬਹੁਤ ਉਤਸੁਕਤਾ ਦੇ ਨਾਲ ਇਹ ਸਮਾਂ ਉਡੀਕਦੇ ਨੇ ਕਿ ਅਸੀਂ ਜੋ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਕਥਾ ਆਉਣੀ ਹੈ, ਜੋ ਅੱਜ ਦਾ ਸਤਿਗੁਰੂ ਨੇ ਸਾਨੂੰ ਹੁਕਮ ਕੀਤਾ ਹੈ, ਅਸੀਂ ਉਸ ਦੀ ਵਿਚਾਰ ਸਰਵਣ ਕਰਨੀ ਹੈ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸੁਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਧਨਾਸਰੀ ਹੈ ਜਿਹਨੂੰ ਆਪਾਂ ਕਵਾਂਗੇ ਭਾਂਡਾ, ਪਰ ਇਸ ਭਾਂਡੇ ਵਿੱਚ ਜਿਹੜੀ ਪਵਿੱਤਰ ਵਸਤੂ ਹੈ ਗੁਰੂ ਕੀ ਬਾਣੀ, ਗੁਰੂ ਕਾ ਸ਼ਬਦ, ਉਹ ਅੱਜ ਸ਼੍ਰੋਮਣੀ ਭਗਤ
ਭਗਤ ਰਵਿਦਾਸ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 694 ਅੰਗ ਤੇ ਦਰਜ ਹੈ। ਸਤਿਗੁਰਾਂ ਨੇ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਦਰਜ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਡੇ ਬਜ਼ੁਰਗਾਂ ਦਾ ਇੱਕ ਮਤ ਹੈ ਕਿ 100 ਸਿਆਣਿਆਂ ਇੱਕੋ ਮਤ, ਮੂਰਖਾ ਆਪੋ ਆਪਣੀ। 100 ਸਿਆਣੇ ਇਕੱਠੇ ਕਰ ਲਓ ਤਾਂ ਇੱਕ ਹੀ ਮਤ ਤੁਹਾਨੂੰ ਪ੍ਰਾਪਤ ਹੋਏਗੀ, ਪਰ ਮੂਰਖਾਂ ਦੀਆਂ 100 ਮਤਾਂ ਤੁਹਾਡੇ ਸਾਹਮਣੇ ਪੇਸ਼ ਹੋ ਜਾਣਗੀਆਂ। ਅੱਜ ਵੀ ਇਸ ਗੱਲ ਦੀ ਜ਼ਰੂਰਤ ਹੈ, ਸਾਨੂੰ ਬਹੁਤ ਵੱਡੀ ਜ਼ਰੂਰਤ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਕੌਮ ਦੀ, ਪੰਥ ਦੀ, ਧਰਮ ਦੀ ਚੜ੍ਹਦੀ ਕਲਾ ਹੋਵੇ, ਤਾਂ ਸਾਨੂੰ ਇਹੀ ਮਾਪਦੰਡ ਜਿਹੜਾ ਹੈ ਅੱਜ ਵੀ ਆਪਣੇ ਵਿੱਚ ਸਥਾਪਿਤ ਕਰਨ ਦੀ ਲੋੜ ਹੈ। ਬਾਣੀ ਭਗਤ ਰਵਿਦਾਸ ਜੀ ਦੀ ਹੈ। ਭਗਤ ਰਵਿਦਾਸ, ਜੇ ਅਸੀਂ ਵਰਨ ਵੰਡ ਦੀ ਗੱਲ ਕਰੀਏ ਜਾਂ ਮਨੁੱਖੀ ਜਾਤਾਂ ਪਾਤਾਂ ਦੀ ਗੱਲ ਕਰੀਏ, ਤਾਂ ਇੱਕ ਬੜੀ ਅਖੌਤੀ ਨੀਵੀਂ ਜਾਤੀ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਜੇ ਅਸੀਂ ਉਹਨਾਂ ਦੀ ਕਿਰਤ ਦੀ ਗੱਲ ਕਰੀਏ ਤੇ ਬੜੀ ਨੀਵੀਂ ਜੀ ਉਹਨਾਂ ਨੂੰ ਕਿਰਤ ਪ੍ਰਾਪਤ ਹੋਈ ਹੈ। ਉਹ ਤਾਂ ਆਪ ਕਹਿੰਦੇ ਨੇ ਕਿ ਚਮਰੱਠਾ ਗੰਠ ਨਾ ਜਨਹੀ, ਲੋਕ ਗਠਾਵੇਂ ਪੰਨਹੀ। ਕਹਿੰਦੇ ਲੋਕ ਮੇਰੇ ਕੋਲੋਂ ਆ ਕੇ ਜੁੱਤੀਆਂ ਗੰਢਾਉਂਦੇ ਨੇ, ਔਰ ਜਿਹੜੇ ਉੱਚੀ ਜਾਤੀ ਵਾਲੇ ਲੋਕ ਨੇ, ਸੋ ਕਾਲਡ ਜਿਹੜੇ ਸਵਰਨ ਜਾਤੀ ਲੋਕ ਨੇ, ਉਹ ਮੈਨੂੰ ਬੜੇ ਭੈੜੇ ਸ਼ਬਦ, ਬੁਰੇ ਸ਼ਬਦ, ਨੀਵੇਂ ਸ਼ਬਦ, ਫਿੱਕੇ ਸ਼ਬਦ ਬੋਲਦੇ ਨੇ। ਇਹ ਪੰਡਿਆ ਮੋਹੇ ਢੇਡ ਕਹਿਤ ਹੈ। ਪਰ ਇਹ ਹੋਇਆ ਕਿਵੇਂ? ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਹੁਣ ਇਹ ਜਿਹੜਾ ਸ਼ਬਦ ਆਉਂਦਾ ਹੈ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, हे परमात्मा तेरे तो बिना कौन करन वाला है। गरीब निवाज गुसैया मेरा, माथे छतर धरे, दुनिया अमीर नवाज है। गरीब नवाज कोई नहीं है, क्योंकि निरधन आदर कोई ना दे। कौन आदर दिंदा है, कौन सन्मान दिंदा है? ये तो एक गुरु ही है जिन्हें रब दा सरगुण रूप बन के साडे सामने सब कुछ प्रगट किया है। रब ते कदा सी साडे विच एक बड़ी वड्डी एक कंट्रोवर्सी है कि गुरु ते रब विच की फर्क है। फर्क तो है भाई, सोने ते गहने विच फर्क तो है। सोना वो है जिहड़ा घड़िया नहीं है, गहना वो है जिहड़ा घड़िया जा चुके है। तुसी सोने दे बिस्कुट नूं, सोने दी इट नूं, सोने दी डली नूं गहना नहीं कह सकते।
ਅਭੁੱਖਣ ਨਹੀਂ ਕਹਿ ਸਕਦੇ। ਸੁਣੀ ਪੁਕਾਰ ਦਤਾਰ ਪ੍ਰਭ, ਜਿਨੇ ਪੁਕਾਰ ਸੁਣੀ ਉਹਨੂੰ ਵਾਹਿਗੁਰੂ ਕਹਿੰਦੇ ਨੇ। ਗੁਰੂ ਨਾਨਕ ਜਗ ਮਾਹੇ ਪਠਾਇਆ, ਜਿਹਨੂੰ ਭੇਜਿਆ ਗਿਆ ਉਹਨੂੰ ਗੁਰੂ ਕਹਿੰਦੇ ਨੇ। ਮੈਂ ਹਮੇਸ਼ਾ ਬੇਨਤੀ ਕਰਦਾ ਕਿ ਗੁਰੂ ਦੇ ਅਰਥ ਗੁਰੂ ਨਾਨਕ, ਗੁਰੂ ਦੇ ਅਰਥ ਗੁਰੂ ਅੰਗਦ ਸਾਹਿਬ, ਗੁਰੂ ਦੇ ਅਰਥ ਗੁਰੂ ਅਮਰਦਾਸ, ਗੁਰੂ ਦੇ ਅਰਥ ਗੁਰੂ ਰਾਮਦਾਸ, ਪਰ ਵਾਹਿਗੁਰੂ ਦੇ ਅਰਥ ਤੁਸੀਂ ਗੁਰੂ ਨਾਨਕ ਕਰ ਪਾਓਗੇ? ਵਾਹਿਗੁਰੂ ਦੇ ਅਰਥ ਗੁਰੂ ਰਾਮਦਾਸ ਤੁਸੀਂ ਕਰ ਸਕੋਗੇ? ਹਾਂ, ਗੁਰੂ ਤੇ ਰੱਬ ਵਿੱਚ ਭੇਦ ਨਹੀਂ। ਇਹ ਉਹਦੇ ਦੋ ਰੂਪ ਨੇ, ਇੱਕ ਨਿਰਗੁਣ ਹੈ, ਇੱਕ ਸਰਗੁਣ ਹੈ। ਇਹ ਸਰਗੁਣ ਰੂਪ ਹੈ। ਨਿਰਗੁਣ ਰੂਪ ਵਿੱਚ ਉਹਦਾ ਆਕਾਰ ਹੀ ਕੋਈ ਨਹੀਂ ਹੈਗਾ। ਔਰ ਗੁਰੂ ਸਾਹਿਬਾਨਾਂ ਨੇ ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓਣ ਕਰ ਪ੍ਰਗਟ ਆਖ ਸੁਣਾਇਆ, ਉਸ ਰੱਬੀ ਮਰਿਆਦਾ ਨੂੰ ਜਦੋਂ ਤੁਸੀਂ ਗੁਰੂ ਨਾਨਕ ਦੇ ਘਰ ਵਿੱਚ ਆਓਗੇ, ਜਿਹੜੀ ਤੁਹਾਨੂੰ ਸਭ ਤੋਂ ਵੱਡੀ ਗੱਲ ਸਮਝਣ ਦੀ ਲੋੜ ਹੈ ਕਿ ਇੱਥੇ ਜਥੇਬੰਦੀਆਂ ਦੀ ਮਰਿਆਦਾ ਨਹੀਂ ਹੈ, ਇੱਥੇ ਸੰਪਰਦਾਵਾਂ ਦੀ ਮਰਿਆਦਾ ਨਹੀਂ ਹੈ, ਇੱਥੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਦੀ ਮਰਿਆਦਾ ਨਹੀਂ ਹੈ, ਇੱਥੇ ਰੱਬ ਦੀ ਮਰਿਆਦਾ ਹੈ। ਜਿੰਨੀਆਂ ਸੰਸਥਾਵਾਂ ਤੁਸੀਂ ਸਿੱਖ ਧਰਮ ਦੇ ਵਿੱਚ ਵੇਖੋਗੇ, ਭਾਵੇਂ ਉਹ ਲੰਗਰ ਹੈ, ਪੰਗਤ ਹੈ, ਭਾਵੇਂ ਸੰਗਤ ਹੈ, ਭਾਵੇਂ ਸਰੋਵਰ ਹੈ, ਭਾਵੇਂ ਅੰਮ੍ਰਿਤ ਹੈ, ਇਹਨਾਂ ਸਾਰੀਆਂ ਦੇ ਵਿੱਚੋਂ ਤੁਹਾਨੂੰ ਇੱਕ ਜਿਹੜੀ ਝਲਕ ਨਜ਼ਰ ਆਏਗੀ ਉਹ ਇਹ ਹੈ ਕਿ ਇੱਥੇ ਰੱਬੀ ਮਰਿਆਦਾ ਹੈ। ਇੱਥੇ ਉਹ ਸਾਰੇ ਗੁਣ ਤੁਹਾਨੂੰ ਮਿਲਣਗੇ ਜਿਹੜੇ ਰੱਬ ਦੇ ਵਿੱਚ ਨੇ। ਨਹੀਂ ਤਾਂ ਕੀ ਭਗਤ ਰਵਿਦਾਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋ ਸਕਦੀ ਸੀ? ਜਿਸ ਭਗਤ ਨੂੰ ਮੰਦਿਰ 'ਚੋਂ ਕੱਢ ਦਿੱਤਾ ਗਿਆ, ਉਹਨੂੰ ਹਰੀ ਦੇ ਮੰਦਿਰ ਵਿੱਚ ਬਿਠਾਉਣ ਦੀ ਕੀ ਲੋੜ ਸੀ? ਸਤਿਗੁਰਾਂ ਨੇ ਬਹੁ ਗਿਣਤੀ ਦੀ ਪਰਵਾਹ ਨਹੀਂ ਕੀਤੀ। ਸਗੋਂ ਸੱਚ ਇਹ ਹੈ ਕਿ ਸਾਨੂੰ ਇੱਕ ਮਾਰਗ ਦਿੱਤਾ ਹੈ, ਭਾਈ ਨੀਚ ਜਾਤ ਹਰ ਜਪਤਿਆ ਉਤਮ ਪਦਵੀ ਪਾਏ। ਅਸੀਂ ਕੀ ਕਰਨਾ ਚਾਹੁੰਦੇ ਹਾਂ? ਜੋ ਕੁਝ ਵੀ ਅਸੀਂ ਚਾਹੁੰਦੇ ਹਾਂ ਉਹਨਾਂ ਸਾਰਿਆਂ ਦਾ ਇੱਕ ਮਾਤਰ ਤਰੀਕਾ ਹੈ, ਉਹ ਸਿਰਫ ਭਗਤੀ ਹੈ। ਅੱਜ ਵੀ ਤੁਸੀਂ ਵੇਖ ਲਓ, ਕਿ ਜਦੋਂ ਅਸੀਂ ਕੌਮੀ ਪ੍ਰਾਪਤੀਆਂ ਦੀ ਵੀ ਗੱਲ ਕਰਦੇ ਹਾਂ, ਨਾ ਉੱਥੇ ਬਾਣੀ ਹੈ, ਨਾ ਉੱਥੇ ਬਾਣਾ ਹੈ। ਕੀ ਹੁਣ ਇਹਨਾਂ ਤੋਂ ਅਸੀਂ ਤਕਦੀਰ ਲਿਖਾਵਾਂਗੇ ਆਪਣੀ ਕੌਮ ਦੀ, ਆਪਣੇ ਧਰਮ ਦੀ, ਆਪਣੇ ਪੰਥ ਦੀ? ਅੱਜ ਵੀ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਦਰਜ ਕੀਤਾ ਹੈ ਕਿ ਪਹਿਲਾਂ ਭਾਈ ਵਾਪਸ ਆਓ ਔਰ ਇਸ ਗੱਲ ਨੂੰ ਇਕਬਾਲ ਕਰੋ ਕਿ ਪਰਮਾਤਮਾ ਇੱਕ ਹੈ। ਇੰਨੇ ਪਰਮਾਤਮਾ ਨਹੀਂ ਜਿੰਨੇ ਤੁਸੀਂ ਬਣਾ ਲਏ ਨੇ, ਇੰਨੇ ਰੱਬ ਹੈ ਹੀ ਨਹੀਂ। ਰੱਬ ਇੱਕ ਹੈ ਪਰ ਇੱਕ ਥਾਂ ਤੇ ਨਹੀਂ ਹੈ। ਜਿੰਨੀਆਂ ਥਾਵਾਂ ਤੁਸੀਂ ਰੱਬ ਦੀਆਂ ਮਿਥ ਲਈਆਂ ਨੇ, ਇੰਨੀਆਂ ਥਾਵਾਂ ਤੇ ਰੱਬ ਰਹਿੰਦਾ ਹੀ ਨਹੀਂ ਹੈ। ਜੇ ਤੁਸੀਂ ਕਹੋਗੇ ਵੀ ਹਰ ਥਾਂ ਤੇ ਹੈ, ਤੇ ਫਿਰ ਭਾਈ ਤੇਰੇ ਵੱਖਰੇ ਅੱਡੇ ਦੀ ਕੀ ਲੋੜ ਹੈ? ਜਿਹੜੀ ਤੂੰ ਚਾਰ ਗਜ਼ ਜਗ੍ਹਾ ਘੇਰ ਕੇ ਕਹਿਣਾ ਵੀ ਇੱਥੇ ਰੱਬ ਹੈ, ਫਿਰ ਉਹਦਾ ਤਾਂ ਕੋਈ ਥਾਂ ਹੀ ਨਹੀਂ ਬਚਦਾ। ਫਿਰ ਅਗਰ ਰੱਬ ਸਾਰੀਆਂ ਥਾਵਾਂ ਤੇ ਹੈ ਤੇ ਫਿਰ ਤਾਂ ਉਹ ਜਰੇ ਜਰੇ ਵਿੱਚ ਵਿਆਪਕ ਹੈ, ਕਣ ਕਣ ਵਿੱਚ ਵਿਆਪਕ ਹੈ। ਫਿਰ ਤਾਂ ਉਹ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ, ਉਹ ਤੇ ਜੰਗਲਾਂ ਵਿੱਚ ਵੀ ਹੈ। ਫਿਰ ਤੇਰੇ ਚਾਰ ਗੱਜ ਦੀ ਸ਼ਤੌਤ ਦੀ ਕੀ ਮੀਨਿੰਗ ਹੈ ਬਈ? ਉਹਦਾ ਕੀ ਅਰਥ ਹੈ? ਬੜੇ ਸਾਲ ਪਹਿਲਾਂ, ਮਤਲਬ ਜੇ ਮੈਂ ਕਹਾਂ ਵੀ ਇਹ ਗਲਤੀ 35 ਸਾਲ ਪੁਰਾਣੀ ਹੈ ਤੇ ਇਹਦੇ 'ਚ ਵੀ ਕੋਈ ਅਤਕਥਨੀ ਨਹੀਂ ਹੈ, ਕਿ ਕੁਝ
ਸ਼ਰਾਬ ਦਾ ਸੇਵਨ ਕਰਕੇ ਵਿਅਕਤੀ ਰਾਤ ਬੇੜੀ ਵਿੱਚ ਬੈਠ ਗਿਆ, ਲਾਗੇ ਚੱਪੂ ਮਾਰਨ। ਉਧਰੋਂ ਪ੍ਰਭਾਤ ਹੋ ਗਈ, ਉਧਰੋਂ ਨਸ਼ਾ ਉਤਰ ਗਿਆ। ਹੁਣ ਇੱਕ ਦੂਜੇ ਨੂੰ ਪੁੱਛਦਾ ਵੀ ਕਿੱਥੇ ਪਹੁੰਚੇ ਆ, ਉਹ ਆਸਾ ਪਾਸਾ ਵੇਖ ਕੇ ਕਹਿੰਦਾ ਵੀ ਕਿਤੇ ਵੀ ਨਹੀਂ। ਕਹਿੰਦਾ ਕਿਉਂ? ਕਹਿੰਦੇ ਬੇੜੀ ਜਿਸ ਰੱਸੇ ਨਾਲ ਬੱਧੀ ਸੀ ਉਹ ਰੱਸਾ ਤੇ ਖੋਲਿਆ ਹੀ ਨਹੀਂ, ਬੇੜੀ ਤੇ ਕੰਢੇ ਖਲੋਤੀ ਹੈ। ਜਿੰਨੇ ਵੀ ਅਸੀਂ ਯਤਨ ਕਰ ਲਈਏ, ਜਿੰਨੇ ਵੀ ਯਤਨ ਅਸੀਂ ਅੱਗੋਂ ਕਰਾਂਗੇ, ਦੇਖੋ ਅੱਜ ਇਹ ਸ਼ਬਦ ਜਿਹੜੇ ਨੇ ਸਾਰੇ ਬੜੇ ਪਿਆਰੇ ਸ਼ਬਦ ਨੇ। ਇਸ ਜਿਹੜੀ ਅੱਜ ਦੀ ਦੁਨੀਆ ਹੈ ਇਹਨੇ ਸਾਨੂੰ ਹੋਰ ਬੜੇ ਤਰੀਕੇ ਸਮਝਾਏ ਨੇ, ਇੱਕਦਮ ਸਾਨੂੰ ਸਮਝ ਆਉਣੀ ਚਾਹੀਦੀ ਹੈ। ਅਗਰ ਤੁਹਾਡੀ ਗੱਡੀ ਦੀ ਅਲਾਈਨਮੈਂਟ ਗਲਤ ਹੋ ਗਈ ਹੈ, ਤੁਹਾਡੀ ਗੱਡੀ ਦਾ ਟਾਈਮਿੰਗ ਸੈੱਟ ਨਹੀਂ ਹੈ, ਤੁਹਾਡੀ ਗੱਡੀ ਦੀ ਟਿਊਨਿੰਗ ਠੀਕ ਨਹੀਂ ਹੈ, ਤੁਸੀਂ ਕੀਰਤਨ ਕਰਨ ਵਾਲਿਆਂ ਨੂੰ ਵੇਖਿਆ, ਉਹ ਕਹਿੰਦੇ ਵਾਜੇ ਸੁਰ 'ਚ ਨਹੀਂ ਹੈਗੇ, ਅਸੀਂ ਕੀ ਕਰਾਂਗੇ? ਜਿਹੜੀ ਮੂਲ ਜਿਹੜਾ ਸੂਤਰ ਹੈ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਿੱਖ ਧਰਮ ਇੱਕ ਰੱਬ ਤੇ ਆਧਾਰਿਤ ਹੈ, ਤੇ ਰੱਬ ਉਹ ਜਿਹੜਾ ਇੱਕ ਥਾਂ ਤੇ ਨਹੀਂ ਹੈ। ਰੱਬ ਉਹ ਹੈ ਜਿਹੜਾ ਸਾਰੀਆਂ ਥਾਵਾਂ ਤੇ ਹੈ, ਤੇ ਉਹ ਰੱਬ ਜਿਹੜਾ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ। ਉਸ ਨੂੰ ਮਿਲਣ ਦਾ ਜਿਹੜਾ ਬੈਸਟ ਤਰੀਕਾ, ਜਿਹੜਾ ਸਭ ਤੋਂ ਵਧੀਆ ਤਰੀਕਾ, ਉਹ ਹੈ ਗੁਰੂ ਦੀ ਕਿਰਪਾ। ਹੁਣ ਅਸੀਂ ਆਪਣੇ ਧਰਮ ਨੂੰ ਕਿੱਥੇ ਲੈ ਕੇ ਖੜਾ ਕਰ ਦਿੱਤਾ? ਅਸੀਂ ਦੋ ਤਰ੍ਹਾਂ ਦੇ ਸਿੱਖ ਬਣ ਗਏ, ਇੱਕ ਸੁਖ ਵਾਲੇ, ਇੱਕ ਸੁਖਣਾ ਵਾਲੇ। ਬਹੁਤੀ ਕੈਟਾਗਰੀ ਸਾਡੀ ਸੁਖਣਾ ਵਾਲੀ ਹੈ ਵੀ ਪਹਿਲਾਂ ਸੁਖਣਾ ਸੁਖ ਲਈ, ਫਿਰ ਸੁਖਣਾ ਚੜਾਤੀ। ਜੇ ਭੁੱਲ ਗਏ ਤੇ ਜ਼ਿੰਦਗੀ 'ਚ ਕੋਈ ਵੀ ਗੱਲ ਹੋਈ ਤੇ ਫਿਰ ਉਹ ਕੋਈ ਪਤਾ ਨਹੀਂ, ਕੋਈ ਸੁਖਣਾ ਭੁੱਲ ਨਾ ਗਏ ਹੋਈਏ ਅਸੀਂ, ਫਿਰ ਉਹ ਅੰਧ ਵਿਸ਼ਵਾਸ ਵਿੱਚ ਚਲੇ ਗਏ। ਜਾਂ ਅੱਜ ਇਹੀ ਪ੍ਰਚਾਰ ਕੀਤਾ ਜਾ ਰਿਹਾ ਵੀ ਜੇ ਤੁਸੀਂ ਇੱਧਰ ਆਓਗੇ ਤਾਂ ਤੁਹਾਨੂੰ ਸਾਰੇ ਸੁੱਖ ਮਿਲਣਗੇ। ਤੁਹਾਡੇ ਗੁਰੂ ਦਾ ਆਵਾਜ਼ਾ ਇਹ ਨਹੀਂ ਸੀਗਾ, ਉਹਨਾਂ ਦਾ ਆਵਾਜ਼ਾ ਇਹ ਸੀਗਾ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਪਹਿਲਾਂ ਤੂੰ ਕਿ ਮੌਤ ਦੇ ਸੱਚ ਨੂੰ ਪ੍ਰਵਾਨ ਕਰਦਾ, ਕਿ ਜੀਵਨ ਦੀਆਂ ਆਸਾਂ ਜਿਹੜੀਆਂ ਨੇ ਕਿ ਉਹਦੇ ਵਿੱਚੋਂ ਤੂੰ ਨਿਕਲਣਾ ਚਾਹੁੰਦਾ ਹੈ, ਜਾਂ ਕੀ ਤੇਰੇ ਅੰਦਰ ਜੋ ਤੋ ਪ੍ਰੇਮ ਖੇਲਣ ਕਾ ਚਾਹੋ। ਇਹ ਪ੍ਰੇਮ ਦੀ ਖੇਡ ਹੈ, ਸਿੱਖ ਧਰਮ ਬੱਧਾ ਚੱਟੀ ਦੀ ਖੇਡ ਨਹੀਂ ਹੈ। ਤੁਸੀਂ ਵੇਖ ਲਓ ਜਿਹੜੇ ਬੱਚਿਆਂ ਨੂੰ ਪ੍ਰੇਮ ਪੈਦਾ ਹੋਇਆ ਉਹ ਕਿੰਨੀਆਂ ਸੋਹਣੀਆਂ ਦਸਤਾਰਾਂ ਸਜਾਉਂਦੇ ਨੇ, ਕਿੰਨੇ ਸੋਹਣੇ ਉਹ ਮਹਾਰਾਜ ਦੇ ਬਖਸ਼ੇ ਕਕਾਰ ਜਿਹੜੇ ਨੇ ਉਹਨਾਂ ਨੂੰ ਆਪਣੇ ਸਰੀਰ ਦੇ ਉੱਤੇ ਧਾਰਨ ਕਰਦੇ ਨੇ, ਔਰ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ, ਸਵੈ ਮਾਣ ਹੈ, ਪ੍ਰਾਊਡ ਹੈ ਇਸ ਗੱਲ ਦਾ ਕਿ ਅਸੀਂ ਸਿੱਖ ਹਾਂ। ਉਹ ਛੁਪਾਉਂਦੇ ਨਹੀਂ ਸਿੱਖੀ ਨੂੰ। ਗੁਰੂ ਦੀ ਕਿਰਪਾ ਵਾਸਤੇ ਇਹ ਸਾਰੇ ਯਤਨ ਸਨ, ਔਰ ਇਹ ਸਾਰਾ ਕੁਝ ਵਪਾਰਕ ਕਿਵੇਂ ਹੋ ਗਿਆ, ਕਮਰਸ਼ੀਅਲ ਕਿਵੇਂ ਹੋ ਗਿਆ। ਮਤਲਬ ਆਸਾ ਦੀ ਵਾਰ ਦੇ ਵਾਸਤੇ ਵੀ ਕਿਹਾ ਜਾਂਦਾ ਹੈ ਵੀ ਜਿਹੜੀ ਬਾਣੀ ਆਸਾ ਪੂਰੀਆਂ ਕਰਦੀ ਹੈ। ਮਤਲਬ ਜੇ ਆਸਾ ਨਾ ਪੂਰੀਆਂ ਕਰੇ ਤੇ ਫਿਰ ਤੇ ਨਹੀਂ ਨਾ ਪੜ੍ਹਨੀ ਚਾਹੀਦੀ ਆਪਾਂ ਨੂੰ। ਸੁਖਮਣੀ ਸਾਹਿਬ ਵਾਸਤੇ ਵੀ ਇਦਾਂ ਹੀ ਕਰ ਦਿੱਤਾ ਗਿਆ ਵੀ ਜੇ ਸੁਖ ਚਾਹੀਦਾ, ਮਣੀ ਚਾਹੀਦੀ ਤੇ ਸੁਖਮਣੀ ਪੜ੍ਹੋ। ਇਸੇ ਕਰਕੇ ਜਪਜੀ ਪੜ੍ਹਦਾ ਹੀ ਕੋਈ ਨਹੀਂ। ਪਰ ਯਾਦ ਰੱਖੀ, ਜੇ ਤੈਨੂੰ ਮਾਂ-ਬਾਪ ਨੇ ਨਾਮ ਦੀ ਗੁੜਤੀ ਦੇਣੀ ਹੋਈ ਤੇ ਜਪਜੀ ਪੜ੍ਹਨਾ ਪੈਣਾ ਹੈ। ਜੇ ਤੂੰ ਵੀ ਖੰਡੇ ਬਾਟੇ ਦੀ ਪੌਲ ਲੈਣੀ ਹੈ ਤੇ ਜਪਜੀ ਉਦੋਂ ਵੀ ਪੜ੍ਹਨਾ ਪੈਣਾ ਹੈ। ਜੇ ਤੂੰ ਰੋਜ਼ ਉੱਠ ਕੇ ਸਿੱਖੀ ਦਾ ਨੇਮ ਨਿਭਾਉਣਾ ਹੈ ਤੇ ਜਪਜੀ ਪੜ੍ਹਨਾ ਪੈਣਾ ਹੈ। ਇਹ ਵੀ ਚੇਤਾ ਰੱਖੀ ਵੀ ਜੇ ਤੇਰੀ ਮਰਿਆਦਾ ਦੇ ਨਾਲ ਕਦੇ ਦਾਹ ਸੰਸਕਾਰ ਹੋਇਆ, ਚਿਖਾ ਚਿੰਨੀ ਪਈ ਤੇ ਜਪਜੀ ਉੱਥੇ ਵੀ ਪੜ੍ਹਨਾ ਪੈਣਾ ਹੈ।
तू सारी जिंदगी पढ़ी भावें ना पढ़ी। मतलब असी उस पासे जाना ही नहीं चाहते जिथे सब तो पहला लिखिया भी हुक्म रजाई चलना। ना सानू हुक्म चंगा लगता है, ना सानू रजा चंगी लगती है। जिथे सह सियाणपा छड्डण दी पहली पौड़ी है कि एक ना चलै नाल। अज भी तुसीं वेखो चतराइयां दे रस्ते तो असीं कहने भी असीं सारा कुछ ही हासिल कर लवांगे। गुरु ने सानू इन्हां गल्लां तो रोकिया है। यह अर्थ ये नहीं है कि तुहानू शायद रब नहीं मिलेगा, मिल जाएगा, पर जुगो जुग तुरे चलो। पर जे तुसी गुरु दे रस्ते ते तुरोगे तो तुहानू अपनी जिंदगी नू लैबोरेटरी बनाउण दी लोड़ नहीं पैगी। वख-वख उहदे च कैमीकल पा के वखरे वखरे एक्सपीरियंस, रोज तजर्बा, नवें तो नवां, नवें तो नवां, तुहानू समा बर्बाद करना नहीं पवेगा। इसे करके गुरु ने आख्या सी तू संगत विच आ जा, क्योंकि संगत दे विच जे तू गुरमुख गाड़ी मार्ग ते चलना है तो बड़े गुरमुख बैठे मिल जाणगे तैनूं। बाणी भगत रविदास जी दे पवित्र मुख तो उच्चारण होई है, पर यह बाणी भी धुर की बाणी है, ये बाणी भी खसम की बाणी है, ये बाणी भी वाह वाह बाणी निरंकार है। सगों सानू ये गल समझ आनी चाहिए भी एडा दुनिया का भाईचारा गुरु ने इकट्ठा कर दिता। अज किते ना किते साडे तो कोई ना कोई भुल जरूर हुई है कि अज वखरे रविदास टैंपल बनने शुरू हो गए। कि असी दसण विच किते भुल कर गए कि जिहड़ा भगत हरमंदर विच बैठा है, किहड़े दुनिया के वड्डे मंदिर च तुसीं बिठाउणा चाहुंदे हो। गुरुआं दे बराबर बाणी दर्ज है। ऐसा गुरु ग्रंथ साहब जी का पाठ दीदार करो, बिल्कुल ऐसा नहीं है कि गुरुआं की बाणी वखरी, भगतां की बाणी वखरी है। इहदे च कोई वर्ण वंड नहीं है, कोई जात पात का वितकरा नहीं है। सारी बाणी नूं पूरे गुरु ग्रंथ साहब जी नूं गुरता गद्दी प्राप्त हुई है। ये नहीं कि गुरुआं की बाणी नूं गुरता गद्दी मिल गई तो दूजी नूं नहीं मिली। अज जदों ये मुख वाक प्राप्त होया तो इहदा उन्ना ही महत्व है जिन्ना कदे गुरु की बाणी दे विचों मुख वाक आवे तो उहदा महत्व है। किन्ना कुछ सानू अज प्राप्त होया कि जिहड़ा व्यक्ति लोकां दीयां जुत्तियां गंढदा सी, पर होया किवें? गोबिंद 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 संग नाम देओ मन लीना, आड़ दाम को शीपरो होयो लाखीना, बुनना तनना त्याग कै प्रीत चरण कबीरा, नीच कुला जुलाहरा भयो गुणी गहीरा। रविदास ढोहंता ढोर नीत तिन त्यागी माया, प्रगट होवा साध संग हर दर्शन पाया। सैन नाई बुतकारिया ओ घर घर सुनिया, हिरदय वसिया पार ब्रह्म भगता मैं गणिया। ये बिद सुन के जाटरो उठ भगती लागा, मिले परतख गोसाइया धना वडभागा। गुरु नानक दे घर विच जदों भी आओगे इको ही पता लगेगा, नानक कै घर केवल नाम। इत्थे सिर्फ बाणी दी ही चर्चा है। आप हरमंदर साहब गए, सवेरे गए, दोपहरे गए, जिस वेले भी गए आपां नूं की सुनिया? उत्थे बाणी पढ़ी जाती है, उत्थे बाणी गाई जाती है, उत्थे बाणी ही सुनाई जाती है, बाणी ही उत्थे बैठ के सुनी जाती है। तुसीं उत्थे बैठ के की सुनिया? हाँ जी। हम सार दीन दयाल ना तुम सार, अब पतियार क्या कीजा। भगत रविदास परमात्मा नूं संबोधन हो के कहते ने, परमात्मा हम सर दीन, मेरे वर्गा गरीब, मेरे वर्गा निमाणा नहीं होर कोई नहीं हो सकता। मेरे तो वध निमाणा, मेरे तो वध गरीब होर कौन हो सकता है?
ਹੁਣ ਇੱਥੇ ਅਸੀਂ ਜਦੋਂ ਵੀ ਦਾਅਵਾ ਕਰਦੇ ਹਾਂ ਮੇਰੇ ਤੋਂ ਸਿਆਣਾ ਕੋਈ ਨਹੀਂ ਹੋ ਸਕਦਾ, ਮੇਰੇ ਤੋਂ ਅਮੀਰ ਕੋਈ ਨਹੀਂ ਹੋ ਸਕਦਾ, ਅਸੀਂ ਇਸ ਪਾਸੇ ਨੂੰ ਤੁਰਦੇ ਹੀ ਨਹੀਂ। ਇੱਕ ਸਵਈਆ ਅਮੂਮਨ ਮੇਰਾ ਖਿਆਲ ਹੈ ਕਿ ਹਰ ਰੋਜ਼, ਔਰ ਹਰ ਰੋਜ਼ ਇੱਕ ਵਾਰੀ ਨਹੀਂ ਬਹੁਤ ਵਾਰੀ ਇਸ ਘਰ ਵਿੱਚ ਪੜਿਆ ਜਾਂਦਾ ਹੈ, ਹਮ ਅਵਗੁਣ ਭਰੇ। बार बार किया जाता है, एक गुण नाही अमृत छाड़ बिखे बिखाई। माया मोह भरम पै भूले सुत दारा स्यों प्रीत लगाई। हम अवगुण भरे। हुण तुसीं लभिओ अपनी कौम दे विच कोई है कि जिहड़ा कहे जी मेरे चौगण ने, ਅਸੀਂ ਕੋਈ ਪਾਠ ਪੜ੍ਹੀ ਜਾਂਦੇ ਤੂੰ ਬੜਾ ਸਿਆਣਾ ਹੈ। ਇਸੇ ਕਰਕੇ ਅਸੀਂ ਕਿਸੇ ਨੂੰ ਪੱਲੇ ਨਹੀਂ ਬੱਧਾ। ਜਿਸ ਘਰ ਦੀ ਯਾਤਰਾ ਇੱਥੋਂ ਸ਼ੁਰੂ ਹੁੰਦੀ ਹੋਵੇ, ਜੇ ਇਹ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਗੁਰੂ ਰਾਮਦਾਸ ਰਾਖੋ ਸ਼ਰਣਾਈ, ਤੇ ਪਹਿਲੀ ਗੱਲ ਤੇ ਮੰਨੋ ਨਾ ਵੀ ਹਮ ਅਵਗੁਣ ਭਰੇ। ਜੇ ਤੁਸੀਂ ਸਿਆਣੇ ਹੋ, ਜੇ ਤੁਹਾਡੇ ਕੋਲੇ ਸਾਰਾ ਕੁਝ, ਤੁਹਾਨੂੰ ਕਿਸੇ ਦੀ ਸ਼ਰਨ ਦੀ ਕੀ ਲੋੜ ਹੈ? ਤੁਹਾਨੂੰ ਕਿਸੇ ਦੇ ਚਰਨਾਂ 'ਚ ਬਹਿਣ ਦੀ ਕੀ ਲੋੜ ਹੈ? ਤੁਹਾਨੂੰ ਕਿਸੇ ਦੇ ਓਟ ਸਹਾਰੇ ਦੀ ਕੀ ਲੋੜ ਹੈ? ਭਗਤ ਜੀ ਕਹਿੰਦੇ ਨੇ ਹਮ ਸਰ ਦੀਨ, ਮੇਰੇ ਵਰਗਾ ਗਰੀਬ ਨਿਮਾਣਾ ਹੋਰ ਕੋਈ ਨਹੀਂ ਹੈ। ਦਿਆਲ ਨਾ ਤੁਮ ਸਰ, ਤੇ ਤੇਰੇ ਤੋਂ ਵੱਡਾ ਦਿਆਲੂ ਵੀ ਕੋਈ ਨਹੀਂ ਹੈ। ਸਭ ਜਗ ਫਿਰ ਮੈਂ ਵੇਖਿਆ ਹਰ ਇੱਕੋ ਦਾਤਾ। ਪਰ ਇੱਥੇ ਖੇਤ ਜਾਓ ਤੇ ਵਡੇਰਿਆਂ ਦੀਆਂ ਥਾਵਾਂ ਬਣੀਆਂ ਨੇ, ਘਰ ਆਓ ਤੇ ਪੀਰਖਾਨੇ ਬਣੇ ਹੋਏ ਨੇ। ਰਾਹ ਦੀ ਤੇ ਗੱਲ ਹੀ ਛੱਡ ਦਿਓ ਨਾ ਵੀ ਕੀ ਕੀ ਹੈਗਾ। ਇੰਨੀਆਂ ਥਾਵਾਂ ਤੋਂ ਕਦੋਂ ਨਿਕਲ ਕੇ ਤੂੰ ਆਵੇਂਗਾ ਤੇ ਕਵੇਂਗਾ ਵੀ ਦਿਆਲ ਨਾ ਤੁਮ ਸਰ, तेरे वर्गा दयावान, तेरे वर्गा दयालु, तेरे वर्गा दाता, तेरे वर्गा बख्शनहार कोई दुनिया ते नहीं हैगा। हुण गल कहण नाल ते नहीं ना बननी कल्ली कि सज्जन सच्चा पातशाह, कल्ला उच्ची कहण नाल नहीं बनना, मनना पैना है। ना तेरे वर्गा कोई सच्चा है, ना तेरे वर्गा कोई पातशाह है, और सज्जन भी तेरे वर्गा कोई नहीं है। पातशाह होणगे पर उन्हां दीयां ते दुश्मनियां ही नहीं खत्म हुंदियां, राजियां दे ते वैर विरोध ही नहीं मुकदे। की इदां नहीं हुंदा? निजाम हैदराबाद है पर उहदी जिहड़ी परसनल सिक्योरिटी है वो महाराजा रणजीत सिंह दी है। हालांकि वो गुरु घर के प्रति किन्ना क श्रद्धालु होएगा ये नहीं मैनू पता, पर महाराजा रणजीत सिंह दे बहुत नेड़े सी। कोई लभेगा तो ऐसा सज्जन होवे, सच्चा भी होवे, पातशाह भी होवे, नहीं तो राजे तो झूठे हुंदे ने। राजे कदे सच्चे नहीं हुंदे। तो जे कोई विरला राजा सच्चा होएगा, बहुत विरला, कोई करोड़ा राजा चो कोई एक राजा ऐसा होएगा। साडे कोल ते इन्ना कुछ स्वैमान करने वास्ते है। अज पाकिस्तान एक टोटल एक इस्लामक एक मुल्क है। पर कदे सुने तुसीं भी उत्थे किसी ने महाराजा रणजीत सिंह दे किसी स्थान दी कोई तोड़ा तड़ाई कीती होवे? वो कहते ने, कहते सानू महाराजा रणजीत सिंह तो पता लगे है कि सिख कौन होंदे ने ते सिक्खी की हुंदी है। मैं जो आप पहली बारी सुनिया ना भी महाराजा रणजीत सिंह ने दरबार साहब ते सोने की सेवा की, बड़ी वड्डी गल सी बई, एडा श्रद्धालु राजा। फिर पता लगा भी जिन्ना सोना इत्थे लाया
इन्ना सोना उन्हें लाहौर शाही मस्जिद नूं भेजिया, इन्ना ही सोना उन्हें बनारस के शिव मंदिर नूं भेजिया। फिर मन च तर्क है भी काहदा सिखा दा राजा सी, पर बड़े साल बीतन तो बाद समझ आई भी नहीं, राजे चुली नियाम की। क्योंकि उन्हें जिहड़ा ये सोना लाया सी खजाने चों कढ़िया सी, ते खजाने च टैक्स मुसलमानां दा भी सी ते हिंदुआं दा भी सी। राजे नूं प्रजापति कहंदे ने। महलापति नहीं हुंदा राजा, कलोनीपति नहीं हुंदा। राजा प्रजा का पति है। ओदी जदों राजा तुसी बन गए तो फिर सारी प्रजा के प्रति तुहाडा इक्को ही धर्म है, किसी लिए वध किसी लिए घट। ये राजे का धर्म नहीं है। मैं बेनती कर रहा सी, सज्जन सच्चा पातशाह सिर शाहां दे शाह। एक दिन हजूर साहब भाई लखविंदर सिंह होरी शब्द पढ़ रहे सी, मैं कमरे सीगा, रात का वक्त सी, उत्थे समागम हो रहा सी। जदों उन्होंने शब्द शुरू किया ना, तो मन करे भी मैं भावें इदां ही चादर की बुक्कड़ मार के चले जावां। शब्द सी, तुम हो सब राजन के राजा। देखो हुण पढ़न का तरीका है, हुण इहनूं इकट्ठा कर दोगे तो वो प्रभाव तुहाडे मन ने कबूलना ही नहीं है। तुम हो सब राजन के राजा, केवल तुसी हो। दयाल ना तुम सर, तेरे वर्गा होर कोई नहीं है। अब पति आर क्या कीजे, परमात्मा होर किन्ना क परतावा लेना मेरा तू, होर किन्नी क मेरी परख करनी है, किन्ना क चिर मैनूं होर कसवटी ते लावेंगा तू। मैं निमाणा हाँ, मैं गरीब हाँ, मैं गरीब, मैं मशकीन। सतगुरु की बाणी ने ये शब्द सानू बार बार दिते ने, पर असीं एक शब्द कैरी कर लिया सी सरदार आ जी। मैनू खिमा करना, मैं पूछना चाहना भी किदां दे सरदार आप। सरदार तो डाकुआं च भी हुंदे ने, जिहड़ा डाकुआं दा मुखी होवे उहनूं सरदार ही कहंदे ने। असीं उदां दे नहीं आ। जिस गुरु ने तुहानूं सरदारी दिती उन्हें की कहा सी, उन्हें कहा सी इन गरीब सिखण को, जे बोल सकते तो मेरे नाल बोलो, इन गरीब सिखण को दूं पातशाही, याद करे हमरी गुरियाई। फिर की किया, इन्हीं को सरदार बनाऊं। आख्या सी मैं गरीब सिखां नूं पातशाहियां देवांगा। तो सरदारी तो हैगी ते सिखी कित्थे है? मतलब गड्डी तो हैगी 40 लाख की, ते केस कित्थे ने? कोठी तो हो सकता 4 करोड़ की भी होवे, ते घर दे विच बाणी दा नितनेम दा गुटका भी है नहींगा। शराब तो हो सकती कई किस्म की होवे। गुरु ने कहा सी इन गरीब सिखण को दूं पातशाही, इन्हां गरीब सिखां नूं पातशाहियां देंगा, जिहड़े कहणगे हम सर दीन दयाल ना तुम सर। है कोई गुरु कलगीधर पातशाह तो वड्डा कोई नवाजिश कर सकदा साडे ते? पूरिया वाले राजे कीते, मुगलां यह प्याले पीते। काम हमारा तोलन तकड़ी, नंगी करद कबू नहीं पकड़ी, चिड़ी उड़े तो हम डर जाए, मुगलों से कैसे लड़ पाए। इथों चुक लै। आख्या मैं इन्हों सरदारियां देवांगा, और दित्तियां। तो असीं एक शब्द चुक लिया, बाकी सारा ही छड्ड दिता। सिखा तेरी सरदारी सिक्खी नाल ही है, चीज़ां नाल नहीं है।
ਭਗਤ ਜੀ ਕਹਦੇ ਪ੍ਰਮਾਤਮਾ ਹੋਰ ਕਿੰਨਾ ਚਿਰ ਮੇਰਾ ਪਰਤਾਵਾ ਲਵੇਂਗਾ। ਹਾਂਜੀ। ਬਚਨੀ ਤੋਰ ਮੂਰ ਮਨ ਮਾਨੈ ਜਨ ਕੋ ਪੂਰਨ ਦੀਜਾ। ਮੇਰਾ ਮਨ ਤੇਰੇ ਬਚਨਾਂ ਦੇ ਵਿੱਚ ਮੰਨ ਜਾਏ, ਜਨ ਕੋ ਪੂਰਨ ਦੀਜੈ। ਬਸ ਮੈਨੂੰ ਇਹ ਸਿਦਕ ਦੇ ਦੇ, ਪੂਰਨ ਭਰੋਸਾ ਮੈਨੂੰ ਤੇਰੇ ਬਾਣੀ ਤੇ ਹੋਣਾ ਚਾਹੀਦਾ ਹੈ। ਇਹ ਸ਼ਬਦ ਹੈ 20 ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਹੁਣ ਦੱਸੋ ਬਾਣੀ ਤੇ ਭਰੋਸਾ ਹੈ ਆਪਾਂ ਨੂੰ? ਜੇ ਬਾਣੀ ਤੇ ਭਰੋਸਾ ਹੁੰਦਾ ਤੇ ਇੰਨੇ ਦੇਹਧਾਰੀ ਗੁਰੂ ਕਿਵੇਂ ਪੈਦਾ ਹੋ ਜਾਂਦੇ? ਤੁਸੀਂ ਜਿਨ੍ਹਾਂ ਨੂੰ ਨਹੀਂ ਮੰਨਦੇ ਹੈ ਉਹ ਵੀ ਦੇਹਧਾਰੀ ਗੁਰੂ ਨੇ, ਮੈਨੂੰ ਖਿਮਾ ਕਰ ਦੇਣਾ। ਤੁਹਾਨੂੰ ਫਤਿਹ ਬੁਲਾ ਕੇ ਵੀ ਪੈਰੀਂ ਹੱਥ ਲਾਉਣੇ ਪੈਂਦੇ ਨੇ। ਇੱਕ ਦੇ ਨਾਲ ਲਾਇਓ ਫਿਰ ਪਤਾ ਲੱਗੇ, ਅਗਲੀ ਵਾਰੀ ਮਿਲਣ ਲੱਗਿਆ ਟਾਈਮ ਲੱਗੇਗਾ ਤੁਹਾਨੂੰ। ਫਤਿਹ ਬੁਲਾਉਣ ਤੋਂ ਬਾਅਦ ਵੀ ਲੰਮੇ ਪੈ ਕੇ ਮੱਥਾ ਟੇਕਣਾ ਪੈਂਦਾ ਹੈ। ਇੱਕ ਵਾਰੀ ਨਾ ਟੇਕਿਓ, ਜੇ ਅਗਲੀ ਵਾਰੀ ਉਹਨੇ ਕਹਿਣਾ ਇਹਨੂੰ ਬਾਹਰ ਰੋਕੀ ਯਾਰ, ਇਹ ਤਾਂ ਸਾਰਾ ਮਾਹੌਲ ਹੀ ਖਰਾਬ ਕਰ ਦੇਗਾ। ਸਾਨੂੰ ਲੋੜ ਨਹੀਂ ਸੀ, ਸਾਨੂੰ ਉਹ ਰੂਹਾਂ ਚਾਹੀਦੀਆਂ ਸੀ ਜਿਹੜੀਆਂ ਸਾਨੂੰ ਗੁਰੂ ਨਾਲ ਜੋੜ ਦਿੰਦੀਆਂ। ਅਸੀਂ ਉਹਨਾਂ ਲਈ ਸੀਸ ਵੱਢ ਕੇ ਵੀ ਮੂੜਾ ਬਣਾਉਣ ਲਈ ਤਿਆਰ ਸਾਂ। ਸਾਨੂੰ ਹੁਕਮ ਸੀ ਗੁਰੂ ਦਾ, ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਕਹਿੰਦੇ ਸੀਸ ਵੱਡੇ ਕਰ ਬੈਸਨ ਦੀਜੈ। ਉਹਦੇ ਲਈ ਕੁਰਸੀ ਨਹੀਂ ਚਾਹੀਦੀ, ਸੋਫਾ ਨਹੀਂ ਚਾਹੀਦਾ। ਉੱਥੇ ਤਾਂ ਸਿਰ ਕੱਟ ਕੇ ਕਹਿਣਾ ਸਾਰੇ ਇੱਥੇ ਬੈਠੋ, ਮੇਰੇ ਸਿਰ ਮੱਥੇ ਬੈਠੋ ਮੇਰੇ। ਮੈਨੂੰ ਇਹ ਸਿਦਕ ਚਾਹੀਦਾ ਹੈ। ਕਿਹੜਾ? ਬਚਨੀ ਤੋਰ ਮੋਰ ਮਨ ਮਾਨੈ, ਤੇਰੇ ਬਚਨਾਂ ਦੇ ਵਿੱਚ ਮੇਰਾ ਮਨ ਮੰਨ ਜਾਏ। ਮੈਂ ਗਰੀਬ ਹਾਂ, ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਧਨ ਪ੍ਰਾਪਰਟੀ ਨਹੀਂ ਚਾਹੀਦੀ, ਮੈਨੂੰ ਸਿੱਖੀ ਸਿਦਕ ਚਾਹੀਦਾ ਹੈ, ਭਰੋਸਾ ਚਾਹੀਦਾ ਹੈ, ਮੈਨੂੰ ਤੇਰੇ ਬਚਨਾਂ 'ਚ ਵਿਸ਼ਵਾਸ ਚਾਹੀਦਾ ਹੈ। ਭਗਤ ਹੈ ਹੀ ਉਹ ਹੈ। ਰਾਮ ਜਪੋ ਜੀ ਐਸੇ ਐਸੇ। ਦੇਖੋ ਪਹਿਲੀ ਗੱਲ, ਜਦੋਂ ਭਗਤ ਪ੍ਰਹਿਲਾਦ ਹੋਇਆ ਉਦੋਂ ਦਸ਼ਰਥ ਦੇ ਬੇਟੇ ਸ਼੍ਰੀ ਰਾਮ ਚੰਦਰ ਉਦੋਂ ਨਹੀਂ ਹੁੰਦੇ ਸਨ। ਦੂਸਰੀ ਗੱਲ, ਭਗਤ ਪ੍ਰਹਿਲਾਦ ਦੇ ਕੋਲ ਕੀ ਹੈ? ਇੱਕ ਸਿਦਕ ਹੈ। ਦੂਜੇ ਪਾਸੇ ਕੀ ਹੈ? ਦੂਜੇ ਪਾਸੇ ਬਾਪ ਹੈ, ਬੜਾ ਬੜੀ ਵੱਡੀ ਸਲਤਨਤ ਹੈ, ਰਾਜ ਭਾਗ ਹੈ। ਦਸ਼ਰਥ ਦੇ 4 ਬੇਟਿਆਂ ਦੇ, ਹਰਨਾਕਸ਼ ਦੇ 4 ਬੇਟਿਆਂ ਦੇ ਵਿੱਚੋਂ ਪ੍ਰਹਿਲਾਦ ਜਿਹੜਾ ਹੈ ਉਹ ਵੱਡਾ ਤੇ ਪਹਿਲਾ ਹੈ। ਸਾਰੀ ਹਕੂਮਤ ਹੀ ਉਹਦੀ ਸੀ। ਇੱਥੇ ਅਸੀਂ ਕੁਰਸੀ ਪ੍ਰਾਪਤ ਕਰਨ ਲਈ ਪਾਠ ਕਰਨਾ ਚਾਹੁੰਦੇ ਹਾਂ। ਉਹ ਤੂੰ ਪਾਠ ਕਰ, ਕੁਰਸੀਆਂ ਮਗਰ ਤੁਰੀਆਂ ਫਿਰਨਗੀਆਂ ਤੇਰੇ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਇੱਥੇ ਪੂਰਨ ਦੀਜੇ ਤੋਂ ਅਰਥ ਹੈ ਪੂਰਨ ਸਿਦਕ, ਭਰੋਸਾ, ਵਿਸ਼ਵਾਸ। ਹਾਂਜੀ। ਹਾਂ ਬਲ ਬਲ ਜਾਓ ਰਮਈਆ ਕਾਰਣੇ। ਹੇ ਪ੍ਰਮਾਤਮਾ, ਮੈਂ ਤੇਰੇ ਤੋਂ ਸਦਕੇ ਜਾਨਾ, ਕੁਰਬਾਨ ਜਾਨਾ, ਵਾਰਨੇ ਜਾਨਾ, ਬਲਹਾਰਨੇ ਜਾਨਾ। ਹਾਂਜੀ। ਕਾਰਨ ਕਵਨ ਅਬੋਲ। ਤੇ ਤੁਸੀਂ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ? ਮੈਂ ਤੇ ਤੁਹਾਡਾ ਭਗਤ ਹਾਂ, ਮੈਂ ਤੇ ਤੁਹਾਡਾ ਸੇਵਕ ਹਾਂ। ਹਾਂਜੀ। ਰਹਾਉ ਬਹੁਤ ਜਨਮ ਬਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ। ਬੜੇ ਜਨਮ ਬਤੀਤ ਹੋ ਗਏ ਤੁਹਾਡੇ ਤੋਂ ਵਿਛੜਿਆ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਹ ਜਨਮਾਂ ਦੇ ਗੇੜ ਨੇ। ਇਹ ਮਤ ਸੋਚਣਾ ਵੀ ਕਿਤੇ ਸੜਕ ਭੁੱਲ ਗਏ ਤੇ ਅਗਲੇ ਰਾਉਂਡ ਬਾਊਟ ਤੋਂ ਜਾ ਕੇ ਚੌਂਕ ਤੋਂ ਮੁੜ ਆਓਗੇ ਤੁਸੀਂ।
नहीं, ये तो 84 ਲੱਖ ਜੂਨਾਂ ਤੋਂ ਬਾਅਦ ਮੁੜ ਕੇ ਆਉਣਾ ਪਏਗਾ। ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਦਾ। बड़ा लंबा गेड़ है, बहुत जन्म, बड़े जन्म हो गए ने, बिछरे थे माधो ये जन्म तुम्हारे देखे। हुण जिहड़ा जन्म है ये तो सिर्फ तुहाडी भगती वास्ते है, तुहाडी आराधना वास्ते है, तुहाडे सिमरन वास्ते है। हाँ जी। कह रविदास आस लग जीवो चिर भयो दर्शन देखे। भगत रविदास कह रविदास आस लग जीवो, इको ही आस विच जिउंदा हां कि चिर भयो दर्शन देखे। बहुत समा हो गया, हुण देरी ना कर, हुण मेरे ते किरपा कर। मैनूं कुछ नहीं चाहिदा, मैनूं सिर्फ तेरे दीदार चाहिए ने, मैनूं तेरे दर्शन चाहिए ने। ये गल मैं एक बिल्कुल मजदूर बजुर्ग तो सुनी सी। वो साडे पिंड विआहिया सीगा ते असीं उहनूं फुੱਫੜ कहंदे सी। कुछ परिवारक संस्कार भी सीगे भी नां लैके नहीं बोलना, भाऊ जी कहना, बाई जी कहना, चाचा ताया कहना, सब नूं भावें अमीर होवे गरीब होवे। तो यकीन करना, कदे कोई कई कुहाड़ी लैके जाना मिस्त्री कोले, कदे कोई जुत्ती गनाउण जाना, इन्नी हिम्मत नहीं सी हुंदी को नां लिया जाए। चाचा ताया कहना, पिता दे हिसाब नाल वड्डे छोटे दे। तो विआह सी पिंड, मैं उन्होंने कह बैठा, मैं क्या फुੱਫੜ जी चाह पियोगे? ना फुੱਫੜ जी नहीं, उदों मैं क्या फुੱਫੜਾ चाह पिएगा? तो मैनू कहंदा भी काका चाह तो मिलण दी हुंदी है, दूजी ते ढिड फूकनी है। वो मैनू अज तक नहीं कदे भुल्ली। ये किसी ग्रंथ चो ये ज्ञान नहीं मिलता जिहड़ा बजुर्गां दी जिंदगी चों मिलदा है ना, ये सच है। अगर कोई व्यक्ति तुहानूं मिल के खुश नहीं होया, मत सोचना तुहाडे गिफ्ट लैके तुहाडे घरों कोई चंगी चोखे खा के उपर खुश प्रसन्न हो जाएगा। जिंदगी का तात्पर्य यह है कि मिलबे की शोभा बरन ना सको। मिलन दे जेड़ी घड़ी है, जो उदा आनंद है, जो उदा मिलाप दा जो समा, जो परमात्मा वो वक्त की खुशी किसी नूं दिंदा है, उन्होंने किसी होर शब्दां विच, किसी पदार्थां विच, किसी वस्तां दे विच वंड के वेख्या बोलिया ही नहीं जा सकता। तो तुसी जदों भी गुरबाणी पढ़ोगे उत्थे रब दे दीदार दी गल है, दर्शन दी गल है। दर्शन देख जीवा गुर तेरा। इत्थे भी भगत जी कहते हैं, हे परमात्मा कह रविदास आस लग जीवो। मैं इस आस विच जीव रहा कि एक बारी ये दोए नैना मत छूहो फिर देखण की आस। बाबा फरीद कहते, कहां तू सारा कुछ खा लिया मेरा, पर एक उस अपने प्यारे नूं वेखण दी अखां ते छड्ड दे मेरियां। भाई मती दास नूं पुछया भी तेरी कोई इच्छा है? कहण लगा है, की है? कहते जदों फटियां विच मैनूं जकड़ोगे, जदों तुसीं मेरे सिर ते आरा चलाओगे रखोगे ते कम करना, मेरा मूँह मेरे गुरु दे पिंजरे वाल कर देना। की करेगा? कहता जिन्ना चिर अखां च जोत रहूगी उन्ना चिर वेख लांगा। आपां गुरुद्वारे की लैना आउंदे आ, दर्शन करनी तो आउंदे आ। बस फर्क इन्ना ही है कि ये सरगुण रूप दे दर्शन ने, ते भगत जी हुण अगले निर्गुण रूप दे दर्शन वेखना चाहुंदे ने। वो जोत है, वो प्रकाश है, वो नूर है। इन्ने शब्द प्रवान करना, भुल्लां मेरियां ने खिमा कर देनियां। उपदेश सतगुरु जी का है, अपने पल्ले बन लैना। आपां अंतलियां दो पंक्तियां का पाठ फतेह बुलाउण तो पहला करना है। बहुत धन्यवाद अकाल पुरख दा, धन श्री गुरु ग्रंथ साहिब महाराज जी का, जिन्होंने कृपा की दो शब्द बोलण की दात बख्शी है।
ਆਪ ਸੰਗਤ ਦਾ ਧੰਨਵਾਦ ਜੋ ਹਮੇਸ਼ਾ ਪਿਆਰ ਅਸੀਸ ਦਿੰਦੇ ਹੋ। ਮੈਂ ਸਿੰਘ ਸਾਹਿਬ ਗਿਆਨੀ ਜਗਤਾਰ ਜੀ ਹੈਡ ਗ੍ਰੰਥੀ ਸਾਹਿਬ ਜੀ ਦਾ ਧੰਨਵਾਦ ਕਰਦਾ। ਬਹੁਤ ਛੋਟੇ ਭਰਾਵਾਂ ਵਾਂਗੂ ਪਿਆਰ ਕਰਦੇ ਨੇ। ਉਹਨਾਂ ਨੇ ਸਮਾਂ ਵੰਡ ਕੀਤੀ, ਆਪ ਜੀ ਦੇ ਦਰਸ਼ਨ ਹੋਏ ਨੇ। ਸਤਿਗੁਰੂ ਉਹਨਾਂ ਤੋਂ ਚੜ੍ਹਦੀ ਕਲਾ 'ਚ ਸੇਵਾ ਲੈਣ, ਸਿਹਤ ਜਾਬੀ ਬਖਸ਼ਣ। ਆਓ ਆਪਾਂ ਫਤਿਹ ਬੁਲਾਉਣ ਤੋਂ ਪਹਿਲਾਂ ਅੰਤਲੀਆਂ ਪੰਕਤੀਆਂ ਦਾ ਪਾਠ ਕਰੀਏ। ਹਾਂਜੀ। ਬਹੁਤ ਜਨਮ ਵਿਛੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲਿਖੇ। ਕਹੇ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।